ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ 52 ਅੱਖਰੀ ਮਹੱਲੇ 5ਵੇਂ ਦੇ 30ਵੇਂ ਸਲੋਕ ਤੇ 30ਵੀਂ ਪੌੜੀ ਦੀ ਵਾਰੀ ਹੈ ਜੀ। ਗੌੜੀ 52 ਅੱਖਰੀ ਮਹੱਲਾ 5ਵਾਂ ਸਲੋਕ। ਢਾਹਨ ਲਾਗੇ ਧਰਮ ਰਾਏ, ਕਿਨੀ ਨ ਕਰ ਲਿਓ ਬੰਦ। ਢਾਹਨ ਲਾਗੇ ਧਰਮ ਰਾਏ, ਕਿਨੀ ਨ ਕਾਲਿਓ ਬੰਦ। ਨਾਨਕ ਉਬਰੇ ਜਪ ਹਰੀ, ਸਾਧ ਸੰਗ ਸੰਬੰਧ ਪੌੜੀ। ਟੱਡਾ ਟੂਡਦ ਕਹਿ ਫਿਰੇ, ਟੂੰਡਨ ਇਆਂ ਮਨ ਮਾਏ। ਸੰਗ ਤੁਹਾਰੇ ਪ੍ਰਭ ਬਸੇ, ਬਨ ਬਨ ਕਹਾਂ ਫਿਰਾਏ। ਢੇਰੀ ਢੇਰੀ ਢਾਓ ਸਾਧ ਸੰਗ, ਐ ਬੰਦ ਬਿਕਰਾਲ। ਸੁਖ ਪਾਵੋ ਸਹਿਜੇ ਬਸੇ, ਦਰਸ਼ਨ ਦੇਖ ਨਿਹਾਲ। ਢੇਰੀ ਜਾਮੇ ਜਮ ਮਰੇ, ਗਰਭ ਜੋਨ ਦੁਖ ਪਾਏ। ਮੋਹ ਮਗਨ ਲਪਟਤ ਰਹੇ, ਹਉ ਹਉ ਆਵੇ ਜਾਏ। ਟਹਿਤ ਟਹਿਤ ਅਬ ਢਹਿ ਪਰੇ, ਸਾਧ ਜਨਾ ਸਰਨਾਏ। ਦੁਖ ਕੇ ਫਾਹੇ ਕਾਟਿਆ, ਨਾਨਕ ਲੀਏ ਸਮਾਏ। ਟਹਿਤ ਟਹਿਤ ਅਬ ਢਹਿ ਪਰੇ, ਸਾਧ ਜਨਾ ਸਰਨਾਏ। ਦੁਖ ਕੇ ਫਾਹੇ ਕਾਟਿਆ, ਨਾਨਕ ਲੀਏ ਸਮਾਏ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਗੁਰਮੁਖੋ, ਗੁਰਸ਼ਬਦ ਗੁਰਬਾਣੀ ਨਾਮ ਅਤੇ ਸਾਧ ਸੰਗਤ ਦੁਆਰਾ ਉਹ ਪਰਮੇਸ਼ਰ ਨਾਲ ਲੱਗਣਾ ਚਾਹੀਦਾ ਹੈ ਜੀ। ਉਸ ਪਰਮੇਸ਼ਰ ਨੂੰ ਬਾਹਰ ਤੇ ਜੰਗਲਾਂ 'ਚ ਢੂੰਡਣ ਦੀ ਜ਼ਰੂਰਤ ਨਹੀਂ ਹੈ ਜੀ। ਉਹ ਤਾਂ ਸਾਡੇ ਮਨ 'ਚ, ਸਾਡੇ ਹਿਰਦੇ 'ਚ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਰ ਮਨੁੱਖੇ ਜਨਮ ਪਾ ਕੇ ਅਸੀਂ ਹਉਮੈ ਅਤੇ ਮਾਇਆਵੀ ਵਿਕਾਰਾਂ ਦੀ ਢੇਰੀ ਬਣਾਈ ਜਾਂਦੇ ਹਾਂ ਜੀ, ਜਿਸ ਕਾਰਨ ਅਸੀਂ ਬਾਰ ਬਾਰ ਜਨਮ ਅਤੇ ਮਰਨ ਦੇ ਚੱਕਰ ਵਿੱਚ ਪੈਂਦੇ ਹਾਂ ਜੀ। ਗੁਰੂ ਜੀ ਕਹਿੰਦੇ ਹਨ ਇਸ ਹਉਮੈ ਅਤੇ ਮਾਇਆਵੀ ਵਿਕਾਰਾਂ ਨੂੰ, ਗੁਰਸ਼ਬਦ ਗੁਰਬਾਣੀ ਦੀ ਢੇਰੀ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਢਾਓ ਜੀ। ਅਤੇ ਗੁਰਸ਼ਬਦ ਗੁਰਬਾਣੀ ਨਾਮ ਅਤੇ ਸਾਧ ਸੰਗਤ ਦੁਆਰਾ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਿਰਦੇ 'ਚ ਵਸਾਓ ਜੀ। ਇਸ ਤਰ੍ਹਾਂ ਤੁਹਾਡੇ ਹਉਮੈ ਦੀ ਢੇਰੀ ਅਤੇ ਮਾਇਆਵੀ ਵਿਕਾਰ ਢਹਿ ਜਾਣਗੇ ਜੀ, ਖਤਮ ਹੋ ਜਾਣਗੇ ਜੀ। ਅਤੇ ਤੁਸੀਂ ਆਪਣੀ ਪਰਮੇਸ਼ਰ ਹਾਰ ਨਾਲ ਜੁੜ ਸਕੋਗੇ ਜੀ। ਫਿਰ ਤੁਹਾਨੂੰ ਕੋਈ ਵੀ ਜਮ ਸਤਾਏਗਾ ਨਹੀਂ ਜੀ, ਅਤੇ ਤੁਹਾਡੇ ਜਨਮ ਮਰਨ ਦਾ ਬੰਧਨ ਵੀ ਕੱਟਿਆ ਜਾਏਗਾ ਜੀ। ਸੋ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਦੋਂ ਧਰਮ ਰਾਜ ਦੇ ਦੂਤ ਮਨੁੱਖ ਦੇ ਸਰੀਰ ਨੂੰ ਢਾਉਣ ਲੱਗਦੇ ਹਨ ਜੀ, ਭਾਵ ਖਤਮ ਕਰਦੇ ਹਨ ਜੀ, ਮਾਰਨ ਲੱਗਦੇ ਹਨ ਜੀ, ਤਾਂ ਕੋਈ ਵੀ ਸਾਥੀ ਸੰਬੰਧੀ ਇਸ ਵਿੱਚ ਰੁਕਾਵਟ ਨਹੀਂ ਪਾਉਂਦਾ ਜੀ, ਔਰ ਨਾ ਹੀ ਪਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਧਾਰਨ ਕਰਕੇ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਾਧ ਸੰਗਤ ਵਿੱਚ ਗੁਣਗਾਨ ਕਰਕੇ ਸਾਧ ਸੰਗਤ ਨਾਲ ਜੁੜਨਾ ਹੈ ਜੀ, ਅਤੇ ਉਸ ਪਰਮੇਸ਼ਰ ਦੇ ਗੁਣਗਾਨ ਕਰਨੇ ਹਨ ਜੀ, ਜੋ ਪਰਮੇਸ਼ਰ ਸਾਨੂੰ ਇਸ ਧਰਮ ਰਾਜ ਦੀ ਜ਼ੁਲਮ ਤੋਂ ਬਚਾ ਲਵੇਗਾ ਜੀ। ਉਹ ਕਿਸ ਤਰ੍ਹਾਂ ਬਚਾਏਗਾ ਜੀ? ਜੇ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨਾਲ ਜੁੜੀਏ ਜੀ, ਅਤੇ ਆਪਣੀ ਹਉਮੈ ਨੂੰ ਛੱਡ ਦਈਏ ਜੀ, ਖਤਮ ਕਰ ਦਈਏ ਜੀ। ਫਿਰ ਗੁਰੂ ਜੀ ਕਹਿੰਦੇ ਆ, ਢੱਡੇ ਅੱਖ ਅਨੁਸਾਰ ਗੁਰਮੁਖੋ, ਤੁਸੀਂ ਪਰਮਾਤਮਾ ਨੂੰ ਲੱਭਣ ਲਈ ਕਿੱਥੇ ਕਿੱਥੇ ਫਿਰ ਰਹੇ ਹੋ ਜੀ। ਉਹ ਪਰਮੇਸ਼ਰ ਜੰਗਲਾਂ 'ਚ ਵਨਾਂ 'ਚ ਨਹੀਂ ਹੈ ਜੀ। ਉਹ ਪਰਮੇਸ਼ਰ ਤਾਂ ਤੁਹਾਡੇ ਮਨ ਵਿੱਚ ਹੀ ਹੈ ਜੀ।
ਉਹਨੂੰ ਤੁਸੀਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਹਿਚਾਨਣਾ ਹੈ ਜੀ, ਜੋ ਪਰਮੇਸ਼ਰ ਤੁਹਾਡੇ ਅੰਗ ਸੰਗ ਵਸਦਾ ਹੈ ਜੀ। ਤੁਸੀਂ ਉਹਨਾਂ ਨੂੰ ਬਨ ਜੰਗਲਾਂ ਵਿੱਚ ਕਿਉਂ ਢੂੰਡਦੇ ਫਿਰਦੇ ਹੋ ਜੀ? ਫਿਰ ਗੁਰੂ ਜੀ ਕਹਿੰਦੇ ਹਨ, ਆਪਣੀ ਭਿਆਨਕ ਐਡੀ ਵੱਡੀ ਹਉਮੈ ਵਾਲੀ ਬੁੱਧੀ ਨੂੰ ਢਹਿ ਢੇਰੀ ਕਰਨਾ ਹੈ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ। ਭਾਵ ਢਹਿ ਢੇਰੀ ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੀ ਹਉਮੈ ਤੇ ਮਾyavi ਵਿਕਾਰਾਂ ਨੂੰ ਖਤਮ ਕਰ ਦਿਓ ਜੀ। ਅਤੇ ਫਿਰ ਸਹਿਜ ਅਵਸਥਾ ਵਿੱਚ ਟਿਕ ਕੇ ਪਰਮੇਸ਼ਰ ਹਰ ਨਾਲ ਆਪਣਾ ਮਨ ਤੇ ਹਿਰਦਾ ਲਗਾਓ ਜੀ, ਹਿਰਦੇ ਵਿੱਚ ਵਸਾਓ ਜੀ। ਇਸ ਤਰ੍ਹਾਂ ਟਿਕ ਕੇ ਆਤਮ ਸੁੱਖ ਪ੍ਰਾਪਤ ਕਰ ਸਕਦੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਤੁਸੀਂ ਪਰਮੇਸ਼ਰ ਦਾ ਦਰਸ਼ਨ ਕਰ, ਆਪਣੇ ਮਨ ਵਿੱਚ ਹੀ ਹਿਰਦੇ ਵਿੱਚ ਹੀ ਦਰਸ਼ਨ ਕਰਕੇ ਨਿਹਾਲ ਹੋ ਜਾਓਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਆਪਣੀ ਹੰਕਾਰ ਦੀ ਢੇਰੀ ਕਰਕੇ ਹੀ, ਭਾਵ ਆਪਣੇ ਹੰਕਾਰ ਅਤੇ ਮਾyavi ਵਿਕਾਰਾਂ ਕਰਕੇ ਹੀ ਜੰਮਦਾ ਅਤੇ ਮਰਦਾ ਫਿਰਦਾ ਰਹਿੰਦਾ ਹੈ ਜੀ। ਅਤੇ ਕਈ ਜੂਨਾਂ ਵਿੱਚ ਗਰਭ ਦਾ ਦੁੱਖ ਪਾਉਂਦਾ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਮੋਹ ਮਾਇਆ ਵਿੱਚ ਲਿਪਟਿਆ ਰਹਿੰਦਾ ਹੈ ਜੀ, ਅਤੇ ਹਉਮੈ ਕਰਕੇ ਆਉਂਦਾ ਜਾਂਦਾ ਭਾਵ ਜੰਮਦਾ ਮਰਦਾ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਟਹਿੰਦਿਆਂ ਟਹਿੰਦਿਆਂ ਜੋ ਹੁਣ ਭਾਵ ਜਿਨ੍ਹਾਂ ਗੁਰਮੁਖਾਂ ਨੇ ਗੁਰਸ਼ਬਦ ਗੁਰਬਾਣੀ ਅਤੇ ਸਾਧ ਸੰਗਤ ਦੁਆਰਾ ਆਪਣੀ ਹਉਮੈ ਅਤੇ ਵਿਕਾਰਾਂ ਨੂੰ ਖਤਮ ਕਰਕੇ ਜੋ ਗੁਰੂ ਰੂਪ ਸਾਧ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣਗਾਨ ਕਰਦੇ ਹਨ ਜੀ, ਅਤੇ ਪਰਮੇਸ਼ਰ ਦੀ ਸ਼ਰਨ ਵਿੱਚ ਢਹਿ ਪਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਦੇ ਸਾਰੇ ਦੁੱਖਾਂ ਦੇ ਫਾਹੇ, ਸਾਰੀ ਹਉਮੈ ਅਤੇ ਮਾyavi ਵਿਕਾਰ ਪਰਮੇਸ਼ਰ ਨੇ ਕੱਟ ਦਿੱਤੇ ਹਨ ਜੀ, ਭਾਵ ਖਤਮ ਕਰ ਦਿੱਤੇ ਹਨ ਜੀ। ਅਤੇ ਉਹਨਾਂ ਗੁਰਮੁਖਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਯਮਰਾਜ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ ਜੀ, ਸਿਵਾਏ ਜੇ ਤੁਹਾਡੇ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਅਤੇ ਸਾਧ ਸੰਗਤ ਦੁਆਰਾ ਨਾਮ ਜਪਣ ਤੇ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਜੰਗਲਾਂ ਬਨਾਂ ਵਿੱਚ ਨਹੀਂ ਫਿਰਦਾ ਜੀ, ਪਰਮੇਸ਼ਰ ਤਾਂ ਤੁਹਾਡੇ ਹਿਰਦੇ ਵਿੱਚ ਹੀ ਸਥਿਤ ਹੈ ਜੀ, ਅੰਦਰ ਮੌਜੂਦ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਅਤੇ ਸਾਧ ਸੰਗਤ ਦੁਆਰਾ ਆਪਣੀ ਹਉਮੈ ਨੂੰ ਅਤੇ ਮਾyavi ਵਿਕਾਰਾਂ ਨੂੰ ਖਤਮ ਕਰਨ ਕਾਰਨ ਸੁੱਖ ਸ਼ਾਂਤੀ ਦੀ ਸਥਿਤੀ ਬਣ ਜਾਂਦੀ ਹੈ ਜੀ। ਅਤੇ ਇਸ ਤਰ੍ਹਾਂ ਤੁਸੀਂ ਪਰਮੇਸ਼ਰ ਹਰ ਨਾਲ ਜੁੜ ਜਾਵੋਗੇ ਜੀ, ਅਤੇ ਆਤਮਿਕ ਸੁੱਖ ਦੀ ਪ੍ਰਾਪਤੀ ਕਰੋਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੋਹ ਮਾਇਆ ਨਾਲ ਤੇ ਮਾyavi ਵਿਕਾਰਾਂ ਨਾਲ ਪਿਆਰ ਕਰਨ ਵਾਲੇ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਅਤੇ ਸਾਧ ਸੰਗਤ ਦੇ ਸਾਥ ਵਿੱਚ ਨਾਮ ਜਪਦੇ ਹਨ ਜੀ, ਉਹ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਦੀ ਸ਼ਰਨ ਵਿੱਚ ਪਹੁੰਚ ਜਾਂਦੇ ਹਨ ਜੀ। ਅਤੇ ਉਹਨਾਂ ਦੇ ਸਾਰੇ ਸੰਕਟ ਹਉਮੈ ਮਾyavi ਵਿਕਾਰ ਖਤਮ ਹੋ ਜਾਂਦੇ ਹਨ ਜੀ। ਉਹਨਾਂ ਦੇ ਜੰਮਦੇ ਫਾਹੇ ਕੱਟੇ ਜਾਂਦੇ ਹਨ ਜੀ, ਅਤੇ ਉਹ
ਪਰਮੇਸ਼ਰ ਨਾਲ ਹੀ ਸਮਾ ਜਾਂਦੇ ਹਨ, ਇੱਕਮਿਕ ਹੋ ਜਾਂਦੇ ਹਨ ਜੀ। ਕਿਉਂ? ਕਿਉਂਕਿ ਉਹਨਾਂ ਦੀਆਂ ਢੇਰੀਆਂ ਜੋ ਹਉਮੈ ਤੇ ਮਾਇਆਵੀ ਵਿਕਾਰਾਂ ਦੀਆਂ ਢੇਰੀਆਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਹਨਾਂ ਨੇ ਢਾਹ ਲਈਆਂ ਹਨ, ਭਾਵ ਖਤਮ ਕਰ ਲਈਆਂ ਹਨ ਜੀ। ਅਤੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਮਨ ਅਤੇ ਹਿਰਦੇ ਵਿੱਚ ਧਾਰ ਕੇ ਉਹ ਪਰਮੇਸ਼ਰ ਦੇ ਵਿੱਚ ਹੀ ਸਮਾ ਗਏ ਹਨ ਜੀ, ਇੱਕ ਹੋ ਗਏ ਹਨ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਟਹਿਤ ਟਹਿਤ ਅਬ ਟਹਿ ਬਰੇ, ਸਾਧ ਜਨਾ ਸਰਨਾਏ, ਦੁੱਖ ਕੇ ਫਾਹੇ ਕਾਟਿਆ, ਨਾਨਕ ਲੀਏ ਸਮਾਏ। ਟਹਿਤ ਟਹਿਤ ਅਬ ਟਹਿ ਬਰੇ, ਸਾਧ ਜਨਾ ਸਰਨਾਏ, ਦੁੱਖ ਕੇ ਫਾਹੇ ਕਾਟਿਆ, ਨਾਨਕ ਲੀਏ ਸਮਾਏ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।